ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਤੀਜਾ। ਸਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਵਿਚੋ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਸਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਵਿੱਚ ਹੋ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾ ਕਾ ਜਨਮ ਹੈ। ਤਿਨ ਮਾਨੈ ਸਭ ਕੋਇ ਰਹਾਉ, ਹਉ ਮੈਂ ਮੇਰਾ ਜਾਤ ਹੈ। ਆਤ ਕ੍ਰੋਧ ਅਭਿਮਾਨ, ਸ਼ਬਦ ਮਰੈ ਤਾ ਜਾਤ ਜਾਏ। ਜੋਤੀ ਜੋਤ ਮਿਲੈ ਭਗਵਾਨ, ਪੂਰਾ ਸਤਿਗੁਰ ਭੇਟਿਆ। ਸਫਲ ਜਨਮ ਹਮਾਰਾ, ਨਾਮ ਨਵੈ ਨਿਧ ਪਾਇਆ। ਭਰੇ ਅਖੁੱਟ ਭੰਡਾਰਾ, ਆਵਹਿ ਇਸ ਰਾਸੀ ਕੇ ਵਾਪਾਰੀਏ। ਜਿਨਾ ਨਾਮ ਪਿਆਰਾ, ਗੁਰਮੁਖ ਹੋਵੈ ਸੋ ਧਨ ਪਾਏ। ਤਿਨਾ ਅੰਤਰ ਸ਼ਬਦ ਵਿਚਾਰਾ, ਭਗਤੀ ਸਾਰ ਨਾ ਜਾਣਨੀ। ਮਨ ਮੁਖ ਅਹੰਕਾਰੀ, ਧੁਰਹੋ ਆਪ ਖੁਆਏ ਅਨ। ਜੂਐ ਬਾਜੀ ਹਾਰੀ, ਬਿਨ ਪਿਆਰੈ ਭਗਤ ਨ ਹੋਵਈ। ਨਾ ਸੁਖ ਹੋਏ ਸਰੀਰ, ਪ੍ਰੇਮ ਪਦਾਰਥ ਪਾਈਐ। ਗੁਰ ਭਗਤੀ ਮਨ ਧੀਰ, ਜਿਸਨੋ ਭਗਤ ਕਰਾਏ ਸੋ ਕਰੇ। ਗੁਰ ਸ਼ਬਦ ਵਿਚਾਰ, ਹਿਰਦੈ ਏਕੋ ਨਾਮ ਵਸੈ। ਹਉ ਮੈਂ ਦੁਬਿਧਾ ਮਾਰ, ਭਗਤਾਂ ਕੀ ਜਾਤ ਪਤ ਏਕੋ ਨਾਮ ਹੈ। ਆਪੇ ਲਏ ਸਵਾਰ, ਸਦਾ ਸਰਨਾਈ ਤਿਸ ਕੀ। ਜਿਉ ਭਾਵੈ ਤਿਉ ਕਾਰਜ ਸਾਰ, ਭਗਤ ਨਿਰਾਲੀ ਅੱਲਾਹ ਦੀ। ਜਾਪੈ ਗੁਰ ਵਿਚਾਰ, ਨਾਨਕ ਨਾਮ ਹਿਰਦੈ ਵਸੈ। ਪੈ ਭਗਤੀ ਨਾਮ ਸਵਾਰ, ਭਗਤ ਨਿਰਾਲੀ ਅੱਲਾਹ ਦੀ। ਜਾਪੈ ਗੁਰ ਵਿਚਾਰ, ਨਾਨਕ ਨਾਮ ਹਿਰਦੈ ਵਸੈ। ਭੈ ਭਗਤੀ ਨਾਮ ਸਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ जुड़ बैठी गुरु की साजी और निवाजी हुई गुरु का खास रूप। गुरु खालसा साध संगत जीओ वड्डियां भागां वाले हो। अमृत वेले तो साहिब नौवें पातशाह तिलक जंजू दे राखे जगत गुरु
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰ ਹੋ ਕੇ ਲਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੇ ਦਰਸ਼ਨ ਪਰਸਦੇ ਹੋ ਰੱਬੀ ਬਾਣੀ ਦਾ ਕੀਰਤਨ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰਦੇ ਹੋ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਰਾਗ ਆਸਾ ਵਿੱਚੋਂ ਅੱਜ ਦੇ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਆਸਾ ਰਾਗ ਹੈ ਔਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਹੈ। ਅਸ਼ਟਪਦੀਆਂ ਹਨ ਆਸਾ ਰਾਗ ਦੀਆਂ। ਸਬਦੋ ਹੀ ਭਗਤ ਜਾਪਦੇ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਉਪਦੇਸ਼ ਦੁਆਰਾ ਨਿਰੰਕਾਰ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਸੰਸਾਰ ਵਿੱਚ ਜਾਣੇ ਜਾਂਦੇ ਹਨ। ਜਾਪਦੇ ਦਾ ਅਰਥ ਕਰਾਂਗੇ ਜਾਣਨੇ ਵਾਲੇ। ਪਰਮੇਸ਼ਰ ਦੇ ਸ਼ਬਦ ਦੁਆਰਾ ਸਤਿਗੁਰਾਂ ਦੇ ਸ਼ਬਦ ਦੁਆਰਾ ਉਹਦੇ ਭਗਤ ਸੰਸਾਰ 'ਚ ਪ੍ਰਗਟ ਹੋ ਜਾਂਦੇ ਨੇ, ਸਿੱਧ ਹੋ ਜਾਂਦੇ ਨੇ। ਔਰ ਉਹਨਾਂ ਭਗਤਾਂ ਦੀ ਰਸਨਾ ਤੋਂ ਕਈ ਗਈ ਬਾਣੀ ਸੱਚੀ ਹੁੰਦੀ ਹੈ, ਜੋ ਕਹਿ ਦਿੰਦੇ ਨੇ ਸੱਚ ਹੋ ਜਾਂਦਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਜੋ ਕਹਿ ਦੇਣ ਸੱਚ ਹੋ ਜਾਂਦਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਮਹਾਨ ਤਤ ਬੇਤਾ ਮਹਾਂਪੁਰਸ਼ ਹੋਏ ਨੇ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ, ਜਿਨ੍ਹਾਂ ਨੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ ਔਰ ਤੁਰੀਆ ਪਦ ਵਿੱਚ ਰਹਿੰਦੇ ਸਨ। ਬਟਾਲੇ ਦੇ ਨੇੜੇ ਨਗਰ ਹੈ ਰਮਦਾਸ। ਉਸ ਨਗਰ ਵਿੱਚ ਭਾਈ ਰਾਮ ਕੋਇਰ ਸਾਹਿਬ ਜੀ ਦਾ ਨਿਵਾਸ ਹੈ। ਲਾਗਲੇ ਪਿੰਡ ਵਿੱਚ ਕਿਸੇ ਜ਼ਿਮੀਂਦਾਰ ਦੇ ਘਰ ਉਹਨੇ ਭੋਜਨ ਕੀਤਾ ਹੋਇਆ, ਬਰਸੀ ਕੀਤੀ ਸੀ ਆਪਣੇ ਕਿਸੇ ਵਡੇਰੇ ਦੀ, ਤੇ ਮਨ 'ਚ ਸੋਚਿਆ ਵੀ ਪ੍ਰਸ਼ਾਦਾ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਛਕਾਈਏ। ਪ੍ਰਸ਼ਾਦਾ ਤਿਆਰ ਕਰਕੇ ਥਾਲ 'ਚ ਪਰੋਸ ਕੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਲਿਆ ਕੇ ਛਕਾਇਆ। ਭਾਈ ਰਾਮ ਕੋਇਰ ਸਾਹਿਬ ਜੀ ਸੁਤੇ ਸਿੱਧ ਪ੍ਰਸ਼ਾਦਾ ਛਕ ਹਟੇ। ਔਰ ਪ੍ਰਸ਼ਾਦਾ ਛਕਣ ਤੋਂ ਬਾਅਦ ਸੁਭਾਵਕ ਉਸ ਜ਼ਿਮੀਂਦਾਰ ਨੂੰ ਪੁੱਛਿਆ ਕਿ ਭਾਈ ਇਹ ਪ੍ਰਸ਼ਾਦਾ ਤੁਸੀਂ ਕਾਹਦੇ ਸੰਬੰਧ 'ਚ ਲਿਆ ਕੇ ਛਕਾਇਆ? ਜ਼ਿਮੀਂਦਾਰ ਨੇ ਆਖਿਆ ਜੀ ਸਾਡੇ ਘਰ 'ਚ ਵਡੇਰਿਆਂ ਦੀ ਅਸੀਂ ਬਰਸੀ ਕੀਤੀ ਹੈ ਤੇ ਉਹ ਬਰਸੀ ਦਾ ਪ੍ਰਸ਼ਾਦਾ ਛਕਾਇਆ। ਭਾਈ ਸਾਹਿਬ ਤੁਰਿਆ ਪਦ ਦੀ ਖੇਡ 'ਚ ਰਹਿੰਦੇ ਸੁਭਾਵਕ ਹੀ ਆਪਣੀ ਰਸਨਾ ਤੋਂ ਬਚਨ ਕੀਤਾ। ਕਹਿਣ ਲੱਗੇ ਚੰਗਾ ਫਿਰ ਤੁਹਾਡੇ ਪਿੰਡ 'ਚ ਰੋਜ਼ ਹੀ ਬਰਸੀਆਂ ਹੋਇਆ ਕਰਨ,
ਵਧੀਆ ਵਧੀਆ ਪ੍ਰਸ਼ਾਦਾ ਸਾਡੇ ਲਈ ਨੇਤੀ ਆਉਂਦਾ ਰਿਹਾ ਕਰੇਗਾ। ਜ਼ਿਮੀਂਦਾਰ ਚਲਾ ਗਿਆ ਪਿੰਡ, ਝਾਲੇ ਪਿੰਡ ਪਹੁੰਚਿਆ ਨਹੀਂ ਤੇ ਪਿੰਡ 'ਚ ਇੱਕ ਮੌਤ ਹੋ ਗਈ। ਉਹਦਾ ਸੰਸਕਾਰ ਕਰਕੇ ਆਏ ਤੇ ਅਗਲੇ ਦਿਨ ਦੂਜੇ ਬੰਦੇ ਦੀ ਮੌਤ ਹੋ ਗਈ। ਦੂਜੇ ਦਿਨ ਸੰਸਕਾਰ ਉਹਦਾ ਕੀਤਾ, ਤੀਜੇ ਦਿਨ ਇੱਕ ਤੀਜਾ ਬੰਦਾ ਪਿੰਡ 'ਚ ਫੜਕ ਗਿਆ। 10 ਕੁ ਦਿਨਾਂ 'ਚ 10 ਬੰਦੇ ਮਰ ਗਏ ਸਾਰੇ ਪਿੰਡ 'ਚ। ਹਾਹਾਕਾਰ ਮਚ ਗਈ, ਖਬਰੇ ਕਿਹੜੀ ਕਰੋਪੀ ਆ ਗਈ ਨਗਰ ਤੇ। ਸਿਵੇ ਹੀ ਠੰਡੇ ਨਹੀਂ ਪਏ ਹੁੰਦੇ, ਇੱਕ ਨੂੰ ਫੂਕਦੇ ਆ ਅਗਲੇ ਦਿਨ ਦੂਜਾ ਚਾਲੇ ਪਾ ਜਾਂਦਾ। ਪਿੰਡ ਦੀ ਪੰਚਾਇਤ ਇਕੱਠੀ ਹੋਈ, ਆਪਸ 'ਚ ਸਲਾਹ ਕਰਦੇ, ਵਿਚਾਰ ਕਰਦੇ ਵੀ ਇਹ ਕੀ ਗੱਲ ਹੋ ਰਹੀ ਹੈ ਵੀ 10 ਬੰਦੇ 10 ਦਿਨਾਂ 'ਚ ਮਰ ਗਏ ਨੇ। ਉਹੀ ਜ਼ਿਮੀਂਦਾਰ ਉਸ ਪੰਚਾਇਤ ਵਿੱਚ ਆਇਆ, ਕਹਿਣ ਲੱਗਾ ਵੀ ਮੈਨੂੰ ਜਾਪਦਾ ਵੀ ਇਹ ਭਾਈ ਰਾਮ ਕੋਇਰ ਸਾਹਿਬ ਦਾ ਬਚਨ ਹੋਇਆ। ਮੈਂ ਉਹਨਾਂ ਨੂੰ ਕਿਹਾ ਸੀ ਵੀ ਬਰਸੀ ਦਾ ਪ੍ਰਸ਼ਾਦਾ ਲੈ ਕੇ ਆਇਆ ਤੁਹਾਡੇ ਵਾਸਤੇ, ਤੇ ਉਹਨਾਂ ਨੇ ਕਿਹਾ ਚੰਗਾ, ਨਿਤ ਬਰਸੀਆਂ ਹੋਇਆ ਕਰਨ। ਕਹਿਣ ਲੱਗੇ ਇਸੇ ਕਰਕੇ ਉਸ ਮਹਾਂਪੁਰਸ਼ ਦੀ ਰਸਨਾ ਤੋਂ ਕੀਤੇ ਬਚਨ ਕਰਕੇ ਹੀ ਸਭ ਕੁਝ ਹੋ ਰਿਹਾ। ਉਹਨਾਂ ਨੇ ਕੋਈ ਸਰਾਪ ਤਾਂ ਨਹੀਂ ਦਿੱਤਾ, ਪਰ ਸੁਭਾਵਕ ਬਚਨ ਕੀਤਾ ਉਹ ਪੂਰਾ ਹੋ ਰਿਹਾ। ਕਹਿੰਦੇ ਹੁਣ ਦੁਬਾਰਾ ਭੋਜਨ ਤਿਆਰ ਕਰੀਏ। ਪਿੰਡ ਵਾਲਿਆਂ ਨੇ ਪ੍ਰਸ਼ਾਦਾ ਤਿਆਰ ਕੀਤਾ। ਅਗਲੇ ਦਿਨ ਭਾਈ ਰਾਮ ਕੋਇਰ ਸਾਹਿਬ ਕੋਲ ਆਏ, ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ। ਅੱਜ ਫਿਰ ਭਾਈ ਸਾਹਿਬ ਨੇ ਪੁੱਛਿਆ ਵੀ ਇਹ ਕਾਹਦੇ ਸੰਬੰਧ 'ਚ? ਕਹਿੰਦੇ ਜੀ ਸਾਡੇ ਪਿੰਡ 'ਚ ਸ਼ਾਦੀ ਹੈ। ਭਾਈ ਸਾਹਿਬ ਕਹਿੰਦੇ ਚੰਗਾ, ਫਿਰ ਤੁਹਾਡੇ ਨਗਰ 'ਚ ਰੋਜ਼ ਹੀ ਸ਼ਾਦੀਆਂ ਹੋਇਆ ਕਰਨ ਤੇ ਰੋਜ਼ ਵਧੀਆ ਭੋਜਨ ਸਾਡੇ ਵਾਸਤੇ ਆਇਆ ਕਰੇ। ਹੁਣ ਜਿੱਥੇ ਸ਼ਾਦੀ ਹੋਵੇ ਉੱਥੇ ਆਬਾਦੀ ਹੋਵੇਗੀ, ਤੇ ਜਿੱਥੇ ਆਬਾਦੀ ਉੱਥੇ ਮੌਤ ਨੇ ਤਾਂ ਸਮਾਪਤ ਹੋਣਾ ਹੀ ਸੀ। ਪਿੰਡ 'ਚ ਰੋਜ਼ ਹੀ ਖੁਸ਼ੀ ਵਰਤ ਗਈ। ਸੋ ਮਹਾਂਪੁਰਸ਼ ਸੁਭਾਵਕ ਆਪਣੀ ਰਸਨਾ ਤੋਂ ਕੋਈ ਬਚਨ ਕਰ ਦੇਣ, ਉਹ ਸੁੱਤੇ ਸਿੱਧ ਪੂਰਾ ਹੁੰਦਾ ਹੈ। ਇੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਕਿ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨ ਜੋ ਆਪਣੀ ਰਸਨਾ ਤੋਂ ਬਾਣੀ ਕਹਿ ਦੇਣ, ਜਿਨ ਕੀ ਬਾਣੀ ਸੱਚੀ ਹੋਏ, ਉਹਨਾਂ ਦੇ ਕਹੀ ਹੋਈ ਬਾਣੀ ਸੱਚੀ ਹੋ ਜਾਂਦੀ। ਜੋ ਆਖ ਦੇਣ ਉਹ ਪੂਰਾ ਹੋ ਜਾਂਦਾ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨਦੇ। ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੀ ਰਸਨਾ ਤੋਂ ਜਿਹੜਾ ਬੋਲ ਉਚਰਿਆ ਜਾਂਦਾ ਹੈ ਉਹ ਪੂਰਾ ਹੋ ਜਾਂਦਾ। ਜੋ ਕਹਿ ਦੇਣ ਉਹਨਾਂ ਦੀ ਬਾਣੀ ਤਰਈ ਕਾਲ ਸੱਚ ਹੁੰਦੀ ਹੈ। ਵਿੱਚ ਹੋ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਪਰਮੇਸ਼ਰ ਦੀ ਨਿਰੰਕਾਰ ਦੀ ਭਗਤੀ ਕਰਨ ਵਾਲੇ ਭਗਤਾਂ ਦੇ ਵਿੱਚੋਂ ਆਪਾ ਭਾਵ ਚਲਾ ਗਿਆ। ਉਹਨਾਂ ਨੇ ਆਪਣੇ ਅੰਦਰੋਂ ਆਪਣੀ ਖੁਦੀ ਮਿਟਾ ਦਿੱਤੀ। ਵਿੱਚੋਂ ਆਪ ਗਿਆ, ਉਹਨਾਂ ਦੇ ਵਿੱਚੋਂ ਉਹਨਾਂ ਦਾ ਆਪਾ ਭਾਵ ਚਲਾ ਗਿਆ। ਨਾਉ ਮੰਨਿਆ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਫਲ ਵਰਦਾਤਾ ਮੰਨਦੇ ਨੇ ਉਹ ਗੁਰਮੁਖ। ਨਾਮ ਨੂੰ ਮੰਨਣਾ ਤੇ ਨਾਮ ਨੂੰ ਜਪਣਾ, ਇਹ ਦੋ ਵੱਖੋ ਵੱਖਰੀਆਂ ਪ੍ਰਕਿਰਿਆਵਾਂ ਨੇ। ਜਪਣਾ, ਜਪ ਜਪ ਕੇ ਫਿਰ ਮੰਨਣਾ ਵੀ ਇਹੀ ਮੁਕਤੀ ਦਾਤਾ, ਇਹਦੇ ਤੋਂ ਬਿਨਾਂ ਸਾਡੀ ਬੰਦ ਖਲਾਸੀ ਨਹੀਂ ਹੋਣੀ। ਅਸੀਂ ਜਪਦੇ ਹਾਂ, ਮੰਨਦੇ ਨਹੀਂ ਹਾਂ। ਮੰਨਣਾ ਵੀ ਹੈ ਕਿ ਸੁੱਖਾਂ ਦਾ ਦਾਤਾ ਹੈ, ਇਸ ਨਾਮ ਦੇ ਦੁਆਰਾ ਸਰਬ ਬਰਕਤਾਂ ਹਾਸਲ ਹੁੰਦੀਆਂ ਹਨ। ਇਹ ਨਾਮ ਤੋਂ ਬਿਨਾਂ ਸਾਡੀ ਬੰਦ ਖਲਾਸੀ ਨਹੀਂ ਹੋਣੀ। ਇਸੇ ਨਾਮ ਨੇ ਸਾਡਾ ਜਨਮ ਮਰਨ ਕੱਟਣਾ ਹੈ। ਇਸੇ ਨਾਮ ਦੁਆਰਾ ਉਸ ਨਾਮੀ 'ਚ ਅਭੇਦਤਾ ਹੋਣੀ ਹੈ। ਇਹਨੂੰ ਕਹਿੰਦੇ ਆ ਨਾਮ ਨੂੰ ਮੰਨਣਾ। ਗੁਰਮੁਖ ਆਪਣੇ ਹਿਰਦੇ ਵਿੱਚ ਇਸ ਨਾਮ ਨੂੰ ਮੰਨਦੇ ਹਨ। ਜਦੋਂ ਨਾਮ ਨੂੰ ਮੰਨਦੇ ਨੇ, ਸੱਚ ਮਿਲਾਵਾ ਹੋਏ, ਉਹਨਾਂ ਦਾ ਫਿਰ ਉਸ ਸੱਚ ਸਰੂਪ ਪਰਮੇਸ਼ਰ 'ਚ ਮਿਲਾਪ ਹੋ ਜਾਂਦਾ। ਸੱਚੇ ਰੱਬ ਦੇ ਵਿੱਚ ਉਹ ਮਿਲ ਕੇ ਅਭੇਦ ਹੋ ਜਾਂਦੇ ਹਨ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਨੇ ਔਰ ਆਪਣੇ ਵਿੱਚੋਂ ਆਪਣੇ ਆਪੇ ਭਾਵ ਨੂੰ ਗਵਾ ਦਿੰਦੇ ਹਨ। ਹਰ ਹਰ ਨਾਮ ਜਨ ਕੀ ਪਤ ਹੋਏ। ਹਰੀ ਅਕਾਲ ਪੁਰਖ ਦੇ ਨਾਮ ਦੁਆਰਾ ਪਰਮੇਸ਼ਰ ਦੇ ਜਨਾਂ ਦੀ ਇੱਜ਼ਤ ਹੁੰਦੀ। ਨਾਮ ਦੁਆਰਾ ਉਹਨਾਂ ਦੀ ਪਤ ਹੁੰਦੀ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਦੋਹਾਂ ਜਹਾਨਾਂ 'ਚ ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਉਜਾਗਰ ਹੁੰਦੀ ਹੈ ਜਿਹੜੇ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰਦੇ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤਨ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ, ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਦੇ ਵਿੱਚ ਸੁਤੇ ਸਿੱਧ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਹਰੀ ਦੇ ਨਾਮ ਦੁਆਰਾ ਹੀ ਹਰੀ ਦੇ ਜਨਾਂ ਦੀ ਪੱਤ ਤੇ ਇੱਜ਼ਤ ਹੁੰਦੀ ਹੈ। ਸਫਲ ਤਿਨਾ ਕਾ ਜਨਮ ਹੈ, ਤਿਨ ਮਾਨੈ ਸਭ ਕੋਈ। ਨਾਮ ਜਪਣ ਵਾਲੇ ਰੱਬ ਦੇ ਪਿਆਰੇ ਜਨਾਂ ਦਾ ਜਨਮ ਸਫਲ ਹੈ, ਉਹਨਾਂ ਦੀ ਜ਼ਿੰਦਗੀ ਸਫਲ ਹੈ, ਉਹਨਾਂ ਦਾ ਜੀਵਨ ਧਨ ਹੈ। ਔਰ ਤਿਨ ਮਾਨੈ ਸਭ ਕੋਏ, ਨਾਮ ਜਪਣ ਵਾਲਿਆਂ ਨੂੰ ਸਾਰੀ ਲੋਕਾਈ ਮੰਨਦੀ ਹੈ। ਸਾਰੀ ਲੋਕਾਈ ਵਿੱਚ ਉਹਨਾਂ ਦਾ ਮੰਨਣ ਹੁੰਦਾ, ਭਾਵ ਉਹਨਾਂ ਦਾ ਅਦਬ ਹੁੰਦਾ, ਉਹਨਾਂ ਦਾ ਸਤਿਕਾਰ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ਾਂ ਦਾ ਅਦਬ ਸਨਮਾਨ ਸਾਰੇ ਜਗਤ ਵਿੱਚ ਹੈ। ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦਾ ਨਾਮ ਧਨ ਹੈ, ਜਿਨ੍ਹਾਂ ਦਾ ਜੀਵਨ ਸਫਲ ਹੋ ਗਿਆ ਹੈ, ਉਹਨਾਂ ਨੂੰ ਸਾਰੀ ਲੋਕਾਈ ਮੰਨਦੀ। ਧਰਮ ਰਾਜਾ ਵੀ ਹੱਥ ਜੋੜ ਕੇ ਮੰਨਦਾ, ਉਹ ਵੀ ਹੱਥ ਜੋੜ ਕੇ ਅਦਬ ਕਰਦਾ, ਸਤਿਕਾਰ ਕਰਦਾ। ਉਹਨਾਂ ਨੂੰ ਸਾਰੀ ਪ੍ਰਜਾ ਪੂਜਣ ਆਉਂਦੀ ਆ ਭਾਈ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਨੇ। ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਉਹਨਾਂ ਨੂੰ ਮੰਨਿਆ ਜਾਂਦਾ, ਸਤਿਕਾਰਿਆ ਜਾਂਦਾ ਹੈ। ਰਹਾਉ ਹਉ ਮੈਂ ਮੇਰਾ ਜਾਤ ਹੈ, ਆਤ ਕ੍ਰੋਧ ਅਭਿਮਾਨ। ਹਉਮੈ ਦੀ ਬਿਰਤੀ ਰੱਖਣੀ, ਹੰਕਾਰ ਜਿਹਨੂੰ ਆਪਾਂ ਕਹਿੰਦੇ ਹਉਮੈ। ਫਿਰ ਮੇਰੀ ਜਾਤ ਬੜੀ ਉੱਤਮ ਹੈ, ਮੇਰਾ ਜਾਤ, ਆਪਣੀ ਜਾਤ ਦਾ ਅਭਿਮਾਨ ਕਰਨਾ, ਜਾਤੀ ਅਭਿਮਾਨ, ਹੰਕਾਰ। ਧਾਰਮਿਕ ਰਾਹ ਤੇ ਚੱਲਣ ਵਾਲੇ ਜਾਤੀ ਅਭਿਮਾਨ ਤੋਂ ਉੱਪਰ ਉੱਠਦੇ, ਉਹਨਾਂ ਅੰਦਰ ਜਾਤੀ ਅਭਿਮਾਨ ਨਹੀਂ ਰਹਿੰਦਾ। ਤੇ ਜਿਹੜਾ ਧਰਮ ਦੇ ਮਾਰਗ ਤੇ ਚੱਲਦਿਆਂ ਵੀ ਜਾਤੀ ਅਭਿਮਾਨ ਦੇ ਉਲਝੇਵੇਂ 'ਚ ਉਲਝਿਆ, ਉਹ ਫਿਰ ਧਰਮੀ ਨਹੀਂ ਹੋ ਸਕਦਾ। ਧਰਮੀ ਦੀ ਇਹ ਨਿਸ਼ਾਨੀ ਹੈ, ਉਹਦੇ ਅੰਦਰੋਂ ਜਾਤੀ ਅਭਿਮਾਨ ਚਲਾ ਜਾਂਦਾ। ਤੋ ਮਹਾਰਾਜ ਜੀ ਕਹਿੰਦੇ ਆਮ ਕਰਕੇ ਸੰਸਾਰ ਦੇ ਲੋਕਾਂ ਦੇ ਹਿਰਦਿਆਂ ਵਿੱਚ ਹਉਮੈ ਹੈ, ਮੈਂ ਮੇਰੀ ਦੀ ਬਿਰਤੀ ਹੈ, ਜਾਤੀ ਦਾ ਅਭਿਮਾਨ ਹੈ, ਅਤੀ ਕ੍ਰੋਧ ਹੈ। ਅਤ ਕ੍ਰੋਧ ਨਾਲ, ਕਾਮ ਨਾਲ, ਲੋਭ ਨਾਲ, ਹੰਕਾਰ ਨਾਲ, ਅਭਿਮਾਨ ਨਾਲ, ਏਦਾਂ ਦੇ ਵਿਕਾਰਾਂ ਨਾਲ ਜੀਵ ਭਰੇ ਹੋਏ ਨੇ। ਸ਼ਬਦ ਮਰੈ ਤਾ ਜਾਤ ਜਾਏ, ਜੋਤੀ ਜੋਤ ਮਿਲੈ ਭਗਵਾਨ। ਜਿਹੜੇ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਆਪਾ ਭਾਵ ਮਾਰ ਲੈਂਦੇ ਹਨ, ਸ਼ਬਦ ਮਰੈ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਆਪਣੇ ਆਪੇ ਭਾਵ ਨੂੰ ਮਾਰ ਲੈਂਦੇ ਹਨ, ਉਹਨਾਂ ਅੰਦਰੋਂ ਜਾਤੀ ਅਭਿਮਾਨ ਚਲਾ ਜਾਂਦਾ ਹੈ। ਸ਼ਬਦ ਮਰੈ ਤਾਂ ਜਾਤ ਜਾਏ, ਉਹਨਾਂ ਅੰਦਰੋਂ ਜਾਤੀ ਅਭਿਮਾਨ ਚਲਾ ਜਾਂਦਾ ਜਿਹੜੇ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਆਪੇ ਨੂੰ ਮਾਰ ਲੈਂਦੇ ਹਨ। ਜੋਤੀ ਜੋਤ ਮਿਲੈ ਭਗਵਾਨ, ਉਹਨਾਂ ਦੀ ਜੋਤ ਉਸ ਜੋਤੀ ਸਰੂਪ ਭਗਵਾਨ ਦੇ ਵਿੱਚ ਮਿਲ ਕੇ ਅਭੇਦ ਹੋ ਜਾਂਦੀ ਹੈ। ਜਿਹੜੇ ਜਾਤੀ ਅਭਿਮਾਨ ਤੋਂ ਉੱਪਰ ਉੱਠਦੇ ਹਨ, ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ। ਜਦੋਂ ਪੂਰਾ ਸਤਿਗੁਰੂ ਮਿਲਿਆ ਸਾਨੂੰ, ਪੂਰਾ ਸਤਿਗੁਰ ਭੇਟਿਆ, ਭੇਟਿਆ ਕਹਿੰਦੇ ਨੇ ਮਿਲਣ ਨੂੰ। ਪੂਰਾ ਸਤਿਗੁਰੂ ਜਦੋਂ ਸਾਨੂੰ ਮਿਲਿਆ ਤਾਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਾਡਾ ਜਨਮ ਸਫਲ ਹੋ ਗਿਆ। ਸਫਲ ਜਨਮ ਹਮਾਰਾ, ਸਾਡਾ ਜਨਮ ਸਤਿਗੁਰੂ ਜੀ ਨੇ ਸਫਲ ਕਰ ਦਿੱਤਾ। ਸਾਡੀ ਜ਼ਿੰਦਗੀ ਸਫਲ ਹੀ ਹੋ ਗਈ ਜਦੋਂ ਪੂਰੇ ਸਤਿਗੁਰਾਂ ਦਾ ਮੇਲ ਮਿਲਾਪ ਹੋਇਆ। ਪੂਰਾ ਸਤਿਗੁਰ ਭੇਟਿਆ, ਪੂਰਾ ਸਤਿਗੁਰ ਭੇਟਿਆ, ਪੂਰਾ ਸਤਿਗੁਰ ਭੇਟਿਆ, ਪੂਰਾ ਸਤਿਗੁਰ ਭੇਟਿਆ। ਸਫਲ ਜਨਮ ਹਮਾਰਾ,
ਸਫਲ ਜਨਮ ਹਮਾਰਾ, ਸਫਲ ਜਨਮ ਹਮਾਰਾ, ਸਫਲ ਜਨਮ ਹਮਾਰਾ। ਸਫਲ ਜਨਮ ਮੋਕੋ ਗੁਰ ਕੀਨਾ, ਮੇਰੇ ਗੁਰੂ ਨੇ ਮੇਰਾ ਜਨਮ ਸਫਲਾ ਬਣਾ ਦਿੱਤਾ। ਇਉਂ ਪ੍ਰਤੀਤ ਹੁੰਦਾ ਸੀ ਵੀ ਇਹ ਜੀਵਨ ਕੈਸਾ ਹੈ। ਜਦੋਂ ਸਤਿਗੁਰੂ ਜੀ ਮਿਲੇ ਤਾਂ ਇਹ ਜੀਵਨ ਸਫਲ ਹੋ ਗਿਆ, ਇਹਨੂੰ ਫਲ ਲੱਗ ਗਿਆ। ਫਲ ਪਹਿਲਾਂ ਨਿਸ਼ਫਲ ਹੀ ਬੀਤ ਰਿਹਾ ਸੀ, ਕੋਈ ਰਸ ਨਹੀਂ ਸੀ, ਕੋਈ ਆਨੰਦ ਨਹੀਂ ਸੀ। ਜਦੋਂ ਸਤਿਗੁਰੂ ਜੀ ਮਿਲੇ ਤਾਂ ਆਤਮਿਕ ਆਨੰਦ ਦਾ ਫਲ ਇਸ ਜੀਵਨ ਨੂੰ ਲੱਗ ਗਿਆ। ਗੁਰੂ ਅਮਰਦਾਸ ਸਾਹਿਬ ਜੀ ਦਾ ਆਪਣੇ ਜੀਵਨ ਦਾ ਇਹ ਤਜਰਬਾ ਹੈ। 72 ਸਾਲ ਦੀ ਉਮਰ ਤੱਕ ਮਹਾਰਾਜ ਜੀ ਗੁਰੂ ਸ਼ਰਨ 'ਚ ਨਹੀਂ ਸਨ ਆਏ। ਸਤਿਗੁਰਾਂ ਦੀ ਸ਼ਰਨ 'ਚ ਆਏ ਤਾਂ ਮਹਾਰਾਜ ਜੀ ਨੇ ਇਹ ਆਨੰਦ ਖੁਦ ਮਾਣਿਆ ਤੇ ਇਸ ਆਨੰਦ ਨੂੰ ਮਾਣ ਕੇ ਕਹਿ ਰਹੇ ਨੇ, ਜਦੋਂ ਮੇਰੇ ਪੂਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਮੈਨੂੰ ਮਿਲੇ ਤਾਂ ਮੇਰਾ ਜਨਮ ਸਫਲ ਹੋ ਗਿਆ। ਨਾਮ ਨਵੈ ਨਿਧ ਪਾਇਆ, ਭਰੀ ਅਖੁੱਟ ਭੰਡਾਰਾ। ਪਰਮੇਸ਼ਰ ਦਾ ਨਾਮ ਜੋ 9 ਨਿਧੀਆਂ ਦਾ ਖਜ਼ਾਨਾ ਹੈ, ਉਹ ਸਾਨੂੰ ਪ੍ਰਾਪਤ ਹੋ ਗਿਆ। ਨਾਮ ਨਵੈ ਨਿਧ ਪਾਇਆ, ਪਰਮੇਸ਼ਰ ਦਾ ਨਾਮ 9 ਨਿਧੀਆਂ ਤੇ ਬਰਕਤਾਂ ਦਾ ਖਜ਼ਾਨਾ ਹੈ, ਉਹ ਸਾਨੂੰ ਪ੍ਰਾਪਤ ਹੋਇਆ, ਜਿਸ ਦੀ ਬਰਕਤ ਨਾਲ ਸਾਡੇ ਅਖੁੱਟ ਭੰਡਾਰੇ ਭਰ ਗਏ। ਪਰ ਇਹ ਅਖੁੱਟ ਭੰਡਾਰਾ, ਇਹ ਨਾਮ ਦੇ ਜਿਹੜੇ ਭੰਡਾਰੇ ਨੇ ਅਖੁੱਟ ਨੇ, ਇਹਨਾਂ ਵਿੱਚ ਤੋਟਾ ਨਹੀਂ ਆਉਂਦਾ, ਇਹਨਾਂ 'ਚ ਕਮੀ ਨਹੀਂ ਆਉਂਦੀ, ਇਹ ਲਬਾ ਲਬ ਭਰੇ ਹੋਏ ਹਨ। ਆਵ ਹੈ ਇਸ ਰਾਸੀ ਕੇ ਵਾਪਾਰੀਏ, ਜਿਨ੍ਹਾਂ ਨਾਮ ਪਿਆਰਾ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਪਿਆਰ ਹੈ ਨਾ, ਉਹ ਇਸ ਰਾਸ ਦੇ, ਇਸ ਪੂੰਜੀ ਦੇ ਵਪਾਰੀ ਬਣ ਕੇ ਇਹਨੂੰ ਵੰਡਦੇ ਆ। ਜਿਨ੍ਹਾਂ ਅੰਦਰ ਪਰਮੇਸ਼ਰ ਦੇ ਨਾਮ ਦਾ ਪਿਆਰ ਹੈ, ਉਹੀ ਨਾਮ ਵੰਡੇਗਾ ਨਾ। ਸਾਨੂੰ ਜਿਹੜੀ ਚੀਜ਼ ਚੰਗੀ ਲੱਗੇਗੀ ਅਸੀਂ ਉਹ ਇਕੱਠੀ ਕਰਦੇ। ਜਿਹੜੀ ਸ਼ਾਇਦ ਚੰਗੀ ਨਾ ਲੱਗੇ ਆਪਾਂ ਕਹਿੰਦੇ ਦੇ ਦਿਓ ਜੀ, ਫਲਾਣੇ ਨੂੰ ਦੇ ਦਿਓ, ਆਹ ਨੂੰ ਦੇ ਦਿਓ। ਜਿਹੜੀ ਚੰਗੀ ਲੱਗੇ ਅਸੀਂ ਇਕੱਠੀ ਕਰ ਕਰ ਰੱਖਦੇ, ਚਾਹੇ ਕੋਈ ਖਾਣ ਵਾਲੀ ਵਸਤੂ ਹੀ ਕਿਉਂ ਨਾ ਹੋਵੇ, ਸਾਨੂੰ ਚੰਗੀ ਲੱਗੇ ਉਹਨੂੰ ਸਾਂਭ ਲੈਂਦੇ। ਜਿਹੜਾ ਪਦਾਰਥ ਸਾਨੂੰ ਚੰਗਾ ਲੱਗੇ, ਪਿਆਰਾ ਲੱਗੇ, ਅਸੀਂ ਉਹ ਇਕੱਠਾ ਕਰਦੇ ਹਾਂ। ਨਾਮ ਦੇ ਨਾਲ ਪਿਆਰ ਕਰਨ ਵਾਲੇ ਹਰੀ ਦੇ ਨਾਮ ਦੀ ਪੂੰਜੀ ਇਕੱਠੀ ਕਰਦੇ ਨੇ। ਉਹ ਕਹਿੰਦੇ ਜਿੰਨਾ ਇਕੱਠਾ ਕੀਤਾ ਜਾਂਦਾ ਕਰ ਲੋ, ਲੋਕ ਪਰਲੋਕ ਹਲਤ ਪਲਤ ਵਿੱਚ ਇਸੇ ਦੇ ਨਾਲ ਨਿਭਣਾ। ਇਹ ਲੁੱਟ ਪਈ ਹੋਈ ਆ ਰਾਮ ਨਾਮ ਦੀ। ਜਿੰਨੇ ਸਾਹ ਪਰਮੇਸ਼ਰ ਨੇ ਦਿੱਤੇ ਹੈ ਨਾ, ਇਹਨਾਂ ਸਵਾਸਾਂ ਨਾਲ ਇਸ ਨਾਮ ਨੂੰ ਜਿੰਨਾ ਵੰਡਿਆ ਜਾ ਸਕਦਾ, ਜਿੰਨਾ ਇਕੱਠਾ ਕੀਤਾ ਜਾ ਸਕਦਾ, ਰੱਬ ਦੇ ਪਿਆਰੇ ਇਕੱਠਾ ਕਰਦੇ। ਕਹਿੰਦੇ ਮਜਾਲ ਹੈ ਕੋਈ ਸਾਹ ਕੋਈ ਦਮ ਇਸ ਨਾਮ ਦੇ ਭਜਨ ਤੋਂ ਬਿਨਾਂ ਸਾਡਾ ਵਿਅਰਥ ਚਲਾ ਜਾਏ। ਤੋ ਇਸ ਰਾਸ ਦੇ ਜਿਹੜੇ ਵਪਾਰੀ ਹਨ, ਵਣਜਾਰੇ ਹਨ, ਉਹ ਇਸ ਨਾਮ ਧਨ ਨੂੰ ਵਣਜਦੇ ਨੇ, ਇਕੱਤਰ ਕਰਦੇ ਹਨ। ਗੁਰਮੁਖ ਹੋਵੈ ਸੋ ਧਨ ਪਾਏ, ਤਿਨਾ ਅੰਤਰ ਸ਼ਬਦ ਵਿਚਾਰਾ। ਜਿਹੜੇ ਗੁਰਮੁਖ ਨੇ ਉਹ ਆਪਣੇ ਅੰਦਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਨੇ। ਆਪ ਜੀ ਬੈਠੇ ਹੁਣ ਗੁਰਬਾਣੀ ਦੀ, ਗੁਰ ਸ਼ਬਦ ਦੀ ਵਿਚਾਰ ਕਰ ਰਹੇ। ਗੁਰਮੁਖ ਸ਼ਬਦ ਦੀ ਵਿਚਾਰ ਕਰਦੇ ਨੇ ਔਰ ਸ਼ਬਦ ਵਿਚਾਰ ਕਰਕੇ ਉਹ ਇਸ ਨਾਮ ਧਨ ਨੂੰ ਪ੍ਰਾਪਤ ਕਰਦੇ ਨੇ। ਸੋ ਧਨ ਪਾਏ, ਉਹੀ ਇਸ ਧਨ ਨੂੰ ਹਾਸਲ ਕਰਦੇ ਨੇ ਜਿਹੜੇ ਗੁਰਬਾਣੀ ਨੂੰ, ਗੁਰ ਸ਼ਬਦ ਨੂੰ ਵਿਚਾਰਦੇ ਹਨ। ਭਗਤੀ ਸਾਰ ਨਾ ਜਾਣਨੀ, ਮਨ ਮੁਖ ਅਹੰਕਾਰੀ। ਜਿਹੜੇ ਮਨਮੁਖ ਤੇ ਹੰਕਾਰੀ ਲੋਕ ਨੇ, ਉਹ ਪਰਮੇਸ਼ਰ ਦੀ ਭਗਤੀ ਦੀ ਸਾਰ ਨਹੀਂ ਜਾਣਦੇ। ਉਹਨਾਂ ਨੂੰ ਕੀ ਪਤਾ ਭਗਤੀ ਦਾ ਰਸ ਕੀ ਹੈ। ਜਿਹੜੇ ਮਨਮੁਖ ਨੇ, ਹੰਕਾਰੀ ਨੇ, ਉਹ ਪ੍ਰਭੂ ਭਗਤੀ ਦਾ ਰਸ ਮਾਣ ਹੀ ਨਹੀਂ ਸਕਦੇ। ਵੇਦਾਂ, ਸ਼ਾਸਤਰਾਂ, ਧਰਮ ਗ੍ਰੰਥਾਂ ਵਿੱਚ ਮਹਾਂਪੁਰਸ਼ਾਂ, ਸਾਧੂਆਂ ਵੱਲੋਂ ਇਹ ਦਰਸਾਇਆ ਗਿਆ ਕਿ ਤੁਰਿਆ ਪਦ ਵਿੱਚ ਪਹੁੰਚਣ ਵਾਲਾ ਆਤਮ ਗਿਆਨੀ ਭਗਤ ਜਿਵੇਂ ਇੱਕ ਬੱਚਾ ਹੁੰਦਾ, ਨਿਸ਼ਕਪਟ, ਨਿਰਛਲ, ਉਹਦੇ ਸਮਾਨ ਹੋ ਜਾਂਦਾ।
ਇੱਕ ਬਾਲਕ ਦੇ ਮਨਿੰਦ ਹੋ ਜਾਂਦਾ। ਹਾਂ, ਬਾਲਕ ਦੇ ਵਿੱਚ ਅਲਪੱਗਪੁਣਾ ਹੁੰਦਾ, ਉਹਨਾਂ ਵਿੱਚ ਅਲਪੱਗਪੁਣਾ ਨਹੀਂ ਹੁੰਦਾ, ਇਹ ਫਰਕ ਹੈ। ਪਰ ਇੱਕ ਬੱਚੇ ਦੇ ਸਮਾਨ ਨਿਸ਼ਕਪਟ, ਕਿਸੇ ਪ੍ਰਕਾਰ ਦਾ ਕੋਈ ਛਲ ਨਹੀਂ, ਫਰੇਬ ਨਹੀਂ, ਐਸੀ ਬਿਰਤੀ ਹੋ ਜਾਂਦੀ। ਹੁਣ ਇਹੋ ਜਿਹੀ ਅਵਸਥਾ ਵਿੱਚ ਕੋਈ ਪਹੁੰਚਿਆ ਭਗਤੀ ਕਰਨ ਵਾਲਾ ਭਗਤ, ਉਹਨੂੰ ਜਦੋਂ ਕੋਈ ਸੰਸਾਰੀ ਮਨੁੱਖ ਵੇਖਦਾ ਤਾਂ ਉਹ ਕਹਿੰਦਾ ਆਹ ਕੀ ਹੈ, ਬੱਚਿਆਂ ਵਾਲੀਆਂ ਗੱਲਾਂ, ਇਹ ਬਾਲਕਾਂ ਵਾਲੀਆਂ ਗੱਲਾਂ। ਉਹਦੇ ਅੰਦਰ ਚਤਰਾਈ ਤੇ ਚਲਾਕੀ ਦੀ ਬਿਰਤੀ ਪਨਪਦੀ ਹੈ, ਉਹਨੂੰ ਭਗਤੀ ਦੀ ਸਾਰ ਨਹੀਂ ਹੈ। ਪਰਮੇਸ਼ਰ ਦੀ ਭਗਤੀ ਦੀ ਸਾਰ ਤੋਂ ਵਿਹੂਣਾ ਮਨੁੱਖ ਮਨਮੁਖ ਹੈ, ਔਰ ਉਹਦੇ ਅੰਦਰ ਹੰਕਾਰ ਦੀ ਬਿਰਤੀ ਬਣੀ ਰਹਿੰਦੀ ਹੈ। ਉਹਨਾਂ ਹੰਕਾਰੀਆਂ ਨੂੰ ਭਗਤੀ ਨਹੀਂ ਚੰਗੀ ਲੱਗਦੀ, ਪਰਮੇਸ਼ਰ ਦੀ ਭਗਤੀ ਦੀ ਉਹ ਸਾਰ ਹੀ ਨਹੀਂ ਜਾਣਦੇ। ਧੁਰਹੁ ਆਪ ਖੁਆਏ ਅਨ ਜੂਐ ਬਾਜੀ ਹਾਰੀ। ਇਹੋ ਜਿਹੇ ਜਿਹੜੇ ਮਨਮੁਖ ਨੇ ਉਹ ਨਿਰੰਕਾਰ ਨੇ ਧੁਰੋਂ ਹੀ ਖਾਲੀ ਭੇਜੇ ਨੇ, ਧੁਰ ਦਰਗਾਹ ਤੋਂ ਹੀ। ਉਹ ਖੁਆਇਣ ਦਾ ਮਤਲਬ ਹੁੰਦਾ ਵੀ ਉਹ ਆਪਣੇ ਸਾਰੇ ਸ਼ੁਭ ਗੁਣ ਧੁਰੋਂ ਹੀ ਖਵਾ ਕੇ ਆਉਂਦੇ ਐ, ਔਰ ਉਹ ਮਨਮੁਖ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਨੇ। ਜਿਵੇਂ ਕੋਈ ਜੂਏ ਵਿੱਚ ਬਾਜੀ ਹਾਰਦਾ ਨਾ, ਏਦਾਂ ਉਹ ਆਪਣੇ ਜਨਮ ਦੀ ਬਾਜੀ ਹਾਰ ਜਾਂਦੇ ਹਨ। ਬਿਨ ਪਿਆਰੈ ਭਗਤ ਨਾ ਹੋਵਈ, ਨਾ ਸੁਖ ਹੋਏ ਸਰੀਰ। ਬਿਨ ਪਿਆਰਾ ਦਾ ਇੱਥੇ ਅਰਥ ਕਰਾਂਗੇ ਸਤਿਗੁਰੂ ਪਿਆਰੇ ਤੋਂ ਬਿਨਾ। ਬਿਨ ਪਿਆਰਾ, ਸਤਿਗੁਰੂ ਪਿਆਰੇ ਤੋਂ ਬਿਨਾ ਭਗਤ ਨਾ ਹੋਵੇ। ਪਰਮੇਸ਼ਰ ਦੀ ਭਗਤੀ ਗੁਰੂ ਬਿਨਾ ਨਹੀਂ ਹੋ ਸਕਦੀ। ਜਿਹੜਾ ਗੁਰੂ ਵਾਲਾ ਹੋਵੇਗਾ ਉਹੀ ਭਗਤੀ ਕਰੇਗਾ। ਤੋ ਸਤਿਗੁਰੂ ਪਿਆਰੇ ਤੋਂ ਬਿਨਾ ਭਗਤੀ ਨਹੀਂ ਹੁੰਦੀ, ਤੇ ਜੇ ਭਗਤੀ ਨਾ ਹੋਵੇ, ਨਾ ਸੁਖ ਹੋਏ ਸਰੀਰ, ਤੇ ਫਿਰ ਇਸ ਸਰੀਰ ਦੇ ਵਿੱਚ ਸੁਖ ਨਹੀਂ ਵਰਤਦਾ ਜੇ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ। ਅਕਾਲ ਪੁਰਖ ਦੀ ਭਗਤੀ ਤੋਂ ਬਿਨਾ ਇਸ ਸਰੀਰ ਵਿੱਚ ਆਤਮਿਕ ਖੇੜਾ ਤੇ ਆਨੰਦ ਨਹੀਂ ਵਰਤਦਾ। ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ। ਜਿਹੜੇ ਪਰਮੇਸ਼ਰ ਦੇ ਪ੍ਰੇਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਦੇ ਹਨ, ਉਹ ਗੁਰੂ ਦੀ ਭਗਤੀ ਕਰਕੇ ਆਪਣੇ ਇਸ ਮਨ ਨੂੰ ਧੀਰਜੀ ਬਣਾ ਲੈਂਦੇ ਆ। ਗੁਰੂ ਦੀ ਭਗਤੀ ਨਾਲ ਇਸ ਮਨ ਨੂੰ ਧੀਰਜ ਮਿਲਦਾ, ਮਨ ਧੀਰ। ਮਨ ਟਿਕ ਜਾਂਦਾ ਜਦੋਂ ਗੁਰ ਭਗਤੀ ਕਰੀਏ। ਗੁਰ ਭਗਤੀ ਵਿੱਚ ਕੀ ਕੀ ਹੈ? ਆ ਨਮਸਕਾਰ ਕਰ ਰਹੇ ਹੋ, ਗੁਰੂ ਸਾਹਿਬ ਜੀ ਦੀ ਭਗਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੀ ਪਰਿਕਰਮਾ ਕਰ ਰਹੇ ਹੋ, ਅਦਬ ਭਾਵਨਾ ਸਤਿਕਾਰ ਸਹਿਤ ਗੁਰੂ ਪਰਮੇਸ਼ਵਰ ਰੂਪ ਜਾਣ ਕੇ, ਇਹ ਗੁਰ ਭਗਤੀ ਹੈ। ਸਿਮਰਨ ਕਰ ਰਹੇ ਹੋ, ਗੁਰਮੰਤਰ ਦਾ ਅਭਿਆਸ ਕਰ ਰਹੇ ਹੋ, ਇਹ ਗੁਰੂ ਭਗਤੀ ਹੈ। ਗੁਰੂ ਸਾਹਿਬ ਜੀ ਦੀ ਦੱਸੀ ਰਹਿਣੀ ਬਹਿਣੀ ਤੇ ਰਹਿਤ ਮਰਿਆਦਾ ਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਹੋ, ਇਹ ਗੁਰੂ ਭਗਤੀ ਹੈ। ਗੁਰੂ ਸਾਹਿਬ ਜੀ ਦੀ ਭਗਤੀ ਦੁਆਰਾ ਇਸ ਮਨ ਨੂੰ ਟਿਕਾ ਮਿਲਣਾ, ਇਸ ਮਨ ਨੂੰ ਧੀਰਜ ਮਿਲਣਾ, ਹੋਰ ਕੋਈ ਤਰੀਕਾ ਨਹੀਂ। ਗੁਰ ਭਗਤੀ ਮਨ ਧੀਰ। ਕਿਹੜਾ ਨਹੀਂ ਚਾਹੁੰਦਾ ਸਾਡੇ ਮਨ ਨੂੰ ਟਿਕਾ ਤੇ ਸ਼ਾਂਤੀ ਮਿਲੇ? ਸਭ ਚਾਹੁੰਦੇ ਆ ਸਾਨੂੰ ਸ਼ਾਂਤੀ ਦੀ ਪ੍ਰਾਪਤੀ ਹੋਵੇ। ਪਾਤਸ਼ਾਹ ਕਹਿੰਦੇ ਗੁਰੂ ਦੀ ਭਗਤੀ ਨਾਲ ਇਸ ਮਨ ਨੂੰ ਧੀਰਜ ਮਿਲਦਾ, ਇਸ ਮਨ ਨੂੰ ਟਿਕਾਊ ਪ੍ਰਾਪਤ ਹੁੰਦਾ ਹੈ। ਜਿਸਨ ਭਗਤ ਕਰਾਏ ਸੋ ਕਰੇ ਗੁਰ ਸ਼ਬਦੀ ਵਿਚਾਰ। ਜਿਹੜੇ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਤੇ ਜਿਨ੍ਹਾਂ ਦੇ ਕੋਲੋਂ ਸਤਿਗੁਰੂ ਜੀ ਆਪਣੀ ਭਗਤੀ ਕਰਾਉਂਦੇ ਨੇ, ਜਾਂ ਜਿਨ੍ਹਾਂ ਕੋਲੋਂ ਆਪਣੇ ਸ਼ਬਦ ਦੀ ਵਿਚਾਰ ਕਰਾਉਂਦੇ ਨੇ, ਉਹੀ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਕਰਦੇ ਹਨ। ਉਹੀ ਸਤਿਗੁਰਾਂ ਦੇ ਸ਼ਬਦ ਨੂੰ ਵਿਚਾਰਦੇ ਨੇ, ਜਿਨ੍ਹਾਂ ਕੋਲੋਂ ਗੁਰੂ ਪਾਤਸ਼ਾਹ ਆਪਣੇ ਸ਼ਬਦ ਦੀ ਵਿਚਾਰ ਕਰਾਉਣ। ਉਹੀ ਭਗਤੀ ਕਰਦੇ ਨੇ ਜਿਨ੍ਹਾਂ ਕੋਲੋਂ ਕਰਾਉਣ। ਹਾਂਜੀ। ਹਿਰਦੈ ਏਕੋ ਨਾਮ ਵਸੈ ਹਉ ਮੈਂ ਦੁਬਿਧਾ ਮਾਰ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਇੱਕ ਨਾਮ ਵਸ ਜਾਂਦਾ ਹੈ, ਉਹ ਆਪਣੇ ਹਿਰਦੇ 'ਚੋਂ ਹਉਮੈ ਤੇ ਦੁਬਿਧਾ ਨੂੰ ਮਾਰ ਕੇ ਨਿਵਾਰ ਦਿੰਦੇ ਨੇ। ਉਹਨਾਂ ਅੰਦਰ ਨਾ ਹਉਮੈ ਰਹਿੰਦੀ ਹੈ, ਨਾ ਹੀ ਦੁਬਿਧਾ ਰਹਿੰਦੀ ਹੈ।
ਭਗਤਾ ਕੀ ਜਾਤ ਪਤ ਏਕੋ ਨਾਮ ਹੈ, ਆਪੇ ਲਏ ਸਵਾਰ। ਪਰਮੇਸ਼ਰ ਦੇ ਭਗਤਾਂ ਦੀ ਜਾਤ, ਉਹਨਾਂ ਦੀ ਪਤ, ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਹੈ। ਉਹ ਇੱਕ ਨਾਮ ਦੇ ਨਾਲ ਹੀ ਆਪਣੀ ਸਾਰੀ ਸਾਂਝ ਬਣਾ ਕੇ ਰੱਖਦੇ। ਉਹਨਾਂ ਦੀ ਜਾਤ ਵੀ ਨਾਮ, ਉਹਨਾਂ ਦੀ ਪਤ ਵੀ ਨਾਮ। ਆਪੇ ਲਏ ਸਵਾਰ, ਪਰਮੇਸ਼ਰ ਨੇ ਉਹਨਾਂ ਗੁਰਬਖਾਂ ਨੂੰ ਖੁਦ ਆਪ ਆਪਣੇ ਹੱਥੀ ਸ਼ਿੰਗਾਰਿਆ, ਸਵਾਰਿਆ, ਸ਼ੁਭ ਗੁਣਾਂ ਦੇ ਸਹਿਤ ਕੀਤਾ ਹੈ। ਸਦਾ ਸਰਣਾਈ ਤਿਸ ਕੀ, ਜਿਉ ਭਾਵੈ ਤਿਉ ਕਾਰਜ ਸਾਰ। ਮੈਂ ਸਦਾ ਉਸ ਮਾਲਕ ਦੀ ਸ਼ਰਨ ਵਿੱਚ ਆ, ਉਹਦੀ ਪਨਾਹ ਵਿੱਚ ਆ। ਹੇ ਮੇਰੇ ਮਾਲਕ, ਜਿਵੇਂ ਤੈਨੂੰ ਭਾਵੇ ਤਿਵੇਂ ਮੇਰੇ ਕਾਰਜ ਸਵਾਰ, ਜਿਵੇਂ ਤੁਹਾਨੂੰ ਭਾਵੇ ਤਿਉਂ ਕਾਰਜ ਸਾਰ। ਮੇਰਾ ਇਹ ਮਨੁੱਖੀ ਜੀਵਨ ਦੀ ਜ਼ਿੰਦਗੀ ਦਾ ਸਫਲ ਕਰਨ ਦਾ ਜਿਹੜਾ ਕਾਰਜ ਹੈ, ਇਹ ਕਾਰਜ ਮਹਾਰਾਜ ਜੀ ਜਿਵੇਂ ਤੁਹਾਨੂੰ ਭਾਵੇ ਤਿਵੇਂ ਸਾਰੋ। ਭਗਤ ਨਿਰਾਲੇ ਅੱਲਾਹ ਦੀ, ਜਾਪੈ ਗੁਰ ਵਿਚਾਰ। ਪਰਮੇਸ਼ਰ ਦੀ ਭਗਤੀ, ਅੱਲਾਹ ਦੀ ਭਗਤੀ, ਅੱਲਾਹ ਅਕਾਲ ਪੁਰਖ ਪਰਮੇਸ਼ਰ, ਉਹਦੀ ਭਗਤੀ ਨਿਰਾਲੀ ਹੈ ਬਾਕੀ ਦੇਵੀ ਦੇਵਤਿਆਂ ਦੀ ਭਗਤੀ ਨਾਲੋਂ। ਜਿਹੜੀ ਆ ਹੋਰ ਦੇਵੀ ਦੇਵਤਿਆਂ ਦੀ ਭਗਤੀ ਕੀਤੀ ਜਾਂਦੀ, ਬੜੇ ਬੜੇ ਭਗਤ ਨੇ ਸੰਸਾਰ 'ਚ, ਕੋਈ ਕਿਸੇ ਸ਼ਕਤੀ ਦਾ ਭਗਤ ਹੈ, ਕੋਈ ਕਿਸੇ ਸ਼ਕਤੀ ਦਾ ਭਗਤ ਹੈ, ਪਰ ਰੱਬ ਦੀ ਭਗਤੀ ਸੰਸਾਰ ਦੀਆਂ ਸਾਰੀਆਂ ਭਗਤੀਆਂ 'ਚੋਂ ਨਿਰਾਲੀ ਹੈ। ਕਿਉਂਕਿ ਹੋਰ ਕਿਸੇ ਸ਼ਕਤੀ ਦੀ ਭਗਤੀ ਤੁਹਾਨੂੰ ਮੁਕਤੀ ਦਾ ਦਾਨ ਨਹੀਂ ਦੇ ਸਕਦੀ। ਅੱਲਾ ਦੀ ਭਗਤੀ ਜੀਵਨ ਮੁਕਤ ਅਵਸਥਾ ਦਾ ਦਾਨ ਪ੍ਰਦਾਨ ਕਰਦੀ ਹੈ। ਇਸ ਕਰਕੇ ਪਰਮੇਸ਼ਰ ਦੀ ਭਗਤੀ ਸਭ ਭਗਤੀਆਂ ਚੋਂ ਨਿਰਾਲੀ ਹੈ। ਜਾਪੈ ਗੁਰ ਵਿਚਾਰ, ਪਰ ਇਹਦਾ ਪਤਾ ਕਿੱਥੋਂ ਲੱਗੇਗਾ, ਇਹਦੀ ਜਾਣਕਾਰੀ ਕਿਵੇਂ ਹੋਵੇਗੀ? ਪਾਤਸ਼ਾਹ ਕਹਿੰਦੇ ਗੁਰਬਾਣੀ ਦੀ ਵਿਚਾਰ ਨਾਲ, ਸਤਿਗੁਰਾਂ ਦੀ ਵਿਚਾਰ ਨਾਲ ਇਹਦਾ ਗਿਆਨ ਪ੍ਰਾਪਤ ਹੁੰਦਾ ਹੈ। ਨਾਨਕ ਨਾਮ ਹਿਰਦੈ ਵਸੈ, ਭੈ ਭਗਤੀ ਨਾਮ ਸਵਾਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਕਿ ਜਿਨ੍ਹਾਂ ਦੇ ਹਿਰਦਿਆਂ 'ਚ ਅਕਾਲ ਪੁਰਖ ਦਾ ਨਾਮ ਵਸਦਾ, ਔਰ ਜਿਹੜੇ ਪਰਮੇਸ਼ਰ ਦੀ ਭੈ ਭਗਤੀ ਦੁਆਰਾ ਆਪਣਾ ਜੀਵਨ ਬਸਰ ਕਰਦੇ ਨੇ, ਨਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ ਹੈ, ਉਹਨਾਂ ਨੂੰ ਸ਼ੁਭ ਗੁਣਾਂ ਦੇ ਸਹਿਤ ਕਰ ਦਿੱਤਾ ਹੈ। ਜਦੋਂ ਸ਼ਿੰਗਾਰਨ ਤੇ ਸਵਾਰਨ ਦੀ ਗੱਲ ਆਉਂਦੀ ਹੈ ਨਾ ਗੁਰਬਾਣੀ 'ਚ, ਉਹਦਾ ਮਤਲਬ ਹੁੰਦਾ ਸ਼ੁਭ ਗੁਣਾਂ ਦੇ ਸਹਿਤ ਕਰ ਦੇਣਾ। ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਇਹ ਆ ਉਹ ਸ਼ਿੰਗਾਰ, ਇਹ ਆ ਉਹ ਸਵਾਰਨਾ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭੈ ਭਗਤੀ ਨੇ, ਪ੍ਰੇਮਾ ਭਗਤੀ ਨੇ ਇਸ ਮਨੁੱਖ ਨੂੰ ਸਵਾਰਿਆ।